ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਜੇਕਰ ਮਨ ਵਿੱਚ ਕਿਸੇ ਸੇਵਾ ਨੂੰ ਕਰਨ ਦੀ ਸੱਚੀ ਲਗਨ ਹੋਵੇ ਤਾਂ ਕਾਰਜ ਵਿੱਚ ਆਈ ਹੋਈ ਰੁਕਾਵਟਾਂ ਆਪਣੇ ਆਪ ਦੂਰ ਹੋ ਜਾਂਦੀਆਂ ਹਨ। ਈਸ਼ਵਰ ਅਤੇ ਗੁਰੂ ਉੱਤੇ ਸ਼ਰਧਾ ਤਾਂ ਮਰੇ ਹੋਏ ਨੂੰ ਵੀ ਜਿੰਦਾ ਕਰ ਦਿੰਦੀ ਹੈ। ਇੱਕ ਵਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਨਗਰ ਵਿੱਚ ਸਹਾਇਤਾ ਲਈ ਗਏ, ਕਿਉਂਕਿ ਉੱਤੇ ਕਈ ਪ੍ਰਕਾਰ ਦੇ ਸੰਕਰਮਿਤ ਰੋਗ ਫੈਲੇ ਹੋਏ ਸਨ। ਸੇਵਾ ਦੇ ਨਾਲ ਤੁਸੀਂ ਇਸ ਵਿੱਚ ਸਥਾਨ ਉੱਤੇ ਲੋਕਾਂ ਦੇ ਘਰਾਂ ਵਿੱਚ ਅਧਿਆਤਮਿਕ ਮਿਕਵਾਦ ਨੂੰ ਪ੍ਰੋਤਸਾਹਿਤ ਕਰਨ ਲਈ ਪ੍ਰਵਚਨ ਕਰਨ ਲੱਗੇ। ਕੁਝ ਧਨੀ ਲੋਕ ਤੁਹਾਨੂੰ ਸੱਦਣ ਲੱਗੇ ਅਤੇ ਤੁਹਾਡੇ ਪ੍ਰਵਚਨਾਂ ਦੇ ਬਾਅਦ ਸਮਾਜ ਦੇ ਸਾਰੇ ਵਰਗ ਦੇ ਲੋਕਾਂ ਲਈ ਲੰਗਰ ਵਿਵਸਥਾ ਕਰਦੇ ਸਨ, ਜਿਸ ਦੇ ਅੰਤਰਗਤ 2 ਸ਼ਰਮਿਕਾਂ ਨੇ ਗੁਰੂ ਜੀ ਨੂੰ ਸੱਦਾ ਦਿੱਤਾ ਕਿ ਤੁਸੀਂ ਸਾਡੇ ਘਰ ਵਿੱਚ ਪ੍ਰਵਚਨ ਕਰੋ। ਇਹ ਸ਼ਰਮਿਕ ਆਪਸ ਵਿੱਚ ਰਿਸ਼ਤੇ ਵਿੱਚ ਪਿਤਾ ਪੁੱਤ ਸਨ। ਇਹਨਾਂ ਨੂੰ ਸਮਾਜ ਵਿੱਚ ਸਮਨ ਮੁਸਨ ਕਰਕੇ ਜਾਣਿਆ ਜਾਂਦਾ ਸੀ। ਗੁਰੂ ਜੀ ਦੇ ਪ੍ਰਵਚਨਾਂ ਦੇ ਬਾਅਦ ਅਕਸਰ ਸਥਾਨਾਂ ਉੱਤੇ ਮੇਜ਼ਬਾਨ ਲੋਕ ਸ਼ਕਤੀ ਮੁਤਾਬਕ ਸੰਗਤ ਨੂੰ ਲੰਗਰ ਵਿੱਚ ਨਾਸ਼ਤਾ ਇਤਿਆਦਿ ਕਰਵਾਉਂਦੇ ਸਨ। ਸਮਨ ਮੁਸਨ ਨਿੱਤ ਪ੍ਰਭਾਵ ਗੁਰੂ ਜੀ ਦੇ ਪ੍ਰਵਚਨ ਸੁਣਨ ਜਾਂਦੇ ਅਤੇ ਨਾਸ਼ਤਾ ਇਤਿਆਦਿ ਉੱਥੇ ਹੀ ਕਰਕੇ ਸਿੱਧੇ ਆਪਣੇ ਕਾਰਿਆਸਥਲ ਉੱਤੇ ਪਹੁੰਚ ਜਾਂਦੇ। ਉਹ ਪਿਤਾ ਪੁੱਤ ਮਨ ਹੀ ਮਨ ਵਿਚਾਰ ਕਰਦੇ ਕਿ ਅਸੀਂ ਤਾਂ ਜਿਗਿਆਸਾ ਦੀ ਤ੍ਰਿਪਤੀ ਦੇ ਕਾਰਨ ਪ੍ਰਵਚਨ ਸੁਣਦੇ ਜਾਂਦੇ ਹਾਂ, ਪਰ ਲੋਕ ਸ਼ਾਇਦ ਇਹ ਪ੍ਰਵਚਨ ਵਿਚਾਰਨ ਲੱਗੇ ਹਨ ਕਿ ਅਸੀਂ ਕੇਵਲ ਨਾਸ਼ਤਾ ਇਤਿਆਦਿ ਸੇਵਨ ਦੀ ਲਾਲਸਾ ਦੇ ਕਾਰਨ ਪ੍ਰਵਚਨ ਸੁਣਨ ਥਾਂ ਉੱਤੇ ਪੁੱਜਦੇ ਹਾਂ ਅਤੇ ਸਾਨੂੰ ਇੱਕ ਦਿਨ ਸਾਰੀ ਸੰਗਤ ਨੂੰ ਨਿਉਤਾ ਦੇਣਾ ਚਾਹੀਦਾ ਹੈ, ਪਰ ਇਸ ਵਿੱਚ ਜ਼ਿਆਦਾ ਖਰਚ ਹੈ ਜੋ ਕਿ ਸਾਡੀ ਸਮਰੱਥਾ ਵੱਲੋਂ ਬਾਹਰ ਹੈ ਕਿ ਅਜਿਹਾ ਨਹੀਂ ਹੋ ਸਕਦਾ ਕਿ ਅਸੀਂ ਇਸ ਸ਼ੁਭ ਕਾਰਜ ਲਈ ਕੀਤੇ ਵੱਲੋਂ ਕਰਜ਼ ਦੀ ਵਿਵਸਥਾ ਕਰ ਲਈਏ। ਘੀਰੇ ਅਸੀਂ ਕਰਜ਼ ਪਰਤਿਆ ਦੇਵਾਂਗੇ। ਵਿਚਾਰ ਅੱਛਾ ਸੀ ਅਤੇ ਉਹਨਾਂ ਦੋਨਾਂ ਨੇ ਇੱਕ ਗੁਆਂਢੀ ਹਲਵਾਈ ਵੱਲੋਂ ਗੱਲ ਕੀਤੀ ਅਤੇ ਉਸ ਨੂੰ ਦੱਸਿਆ ਕਿ ਅਸੀਂ ਇੱਕ ਦਿਨ ਗੁਰੂ ਜੀ ਅਤੇ ਸੰਗਤ ਦਾ ਪ੍ਰੀਤੀ ਭੋਜ ਦੇਣਾ ਚਾਹੁੰਦੇ ਹਾਂ। ਜੇਕਰ ਉਹ ਇਸ ਕਾਰਜ ਲਈ ਸਾਨੂੰ ਉਧਾਰ ਦੇ ਦੇਵੇ ਤਾਂ ਉਸ ਦੇ ਨਾਲ ਪ੍ਰਾਤಃਕਾਲ ਵਿੱਚ ਸੰਗਤ ਦੇ ਨਾਸ਼ਤੇ ਦੀ ਵਿਵਸਥਾ ਹੋ ਜਾਵੇ। ਅਸੀਂ ਗੁਰੂ ਜੀ ਵੱਲੋਂ ਆਗਰਾ ਕਰਾਂਗੇ ਕਿ ਅਗਲੇ ਦਿਨ ਸਾਡੇ ਇੱਥੇ ਸਮਾਗਮ ਰੱਖੋ ਅਤੇ ਸਾਨੂੰ ਸੇਵਾ ਦਾ ਮੌਕਾ ਪ੍ਰਦਾਨ ਕਰੋ। ਹਲਵਾਈ ਨੇ ਇਹਨਾਂ ਦੀ ਸੇਵਾ ਭਾਵਨਾ ਨੂੰ ਧਿਆਨ ਰੱਖਦੇ ਹੋਏ ਇਹਨਾਂ ਨੂੰ ਨਾਸ਼ਤੇ ਦੀ ਸਮੱਗਰੀ ਉਧਾਰ ਦੇਣਾ ਸਵੀਕਾਰ ਕਰ ਲਿਆ। ਇਸ ਆਧਾਰ ਉੱਤੇ ਉਹਨਾਂ ਨੇ ਗੁਰੂ ਜੀ ਵੱਲੋਂ ਸਮਾਗਮ ਲਈ ਪ੍ਰਾਰਥਨਾ ਕੀਤੀ, ਜਿਹਨੂੰ ਗੁਰੂ ਜੀ ਨੇ ਸਵੀਕਾਰ ਕੀਤਾ ਅਤੇ ਤਿਥੀ ਨਿਸ਼ਚਿਤ ਕਰ ਦਿੱਤੀ। ਉਸ ਸਮੇਂ ਪ੍ਰਵਚਨ ਥਾਂ ਉੱਤੇ ਇੱਕ ਸ਼ਾਹੂਕਾਰ ਵੀ ਬੈਠਾ ਸੀ ਜੋ ਸਮਨ ਮੁਸਨ ਦਾ ਗੁਆਂਢੀ ਸੀ। ਉਸਨੇ ਵਿਚਾਰ ਕੀਤਾ ਕਿ ਮੈਂ ਜ਼ਿਆਦਾ ਖਰਚ ਦੇ ਡਰ ਵੱਲੋਂ ਅੱਜ ਤੱਕ ਗੁਰੂ ਜੀ ਨੂੰ ਸੱਦਿਆ ਨਹੀਂ, ਜਦੋਂ ਕਿ ਇਹਨਾਂ ਮਜ਼ਦੂਰਾਂ ਨੇ ਸੰਗਤ ਨੂੰ ਸੱਦਾ ਦਿੱਤਾ ਹੈ। ਇਹ ਮੇਰੇ ਲਈ ਚੁਣੌਤੀ ਹੈ। ਈਰਖਾ ਵਿੱਚ ਸ਼ਾਹੂਕਾਰ ਨੇ ਪਤਾ ਲਗਵਾਇਆ ਕਿ ਇਹਨਾਂ ਸ਼ਰਮਿਕ ਦੇ ਕੋਲ ਲੰਗਰ ਕਰਨ ਲਈ ਪੈਸਾ ਕਿੱਥੋਂ ਆਇਆ ਹੈ। ਜਦੋਂ ਉਸ ਨੂੰ ਪਤਾ ਹੋਇਆ ਕਿ ਮਕਾਮੀ ਹਲਵਾਈ ਨੇ ਸਾਰੀ ਤਿਆਰ ਸਮੱਗਰੀ ਉਧਾਰ ਦੇਣ ਉੱਤੇ ਸਹਿਮਤੀ ਦਿੱਤੀ ਹੈ, ਤਾਂ ਸ਼ਾਹੂਕਾਰ ਹਲਵਾਈ ਦੇ ਕੋਲ ਅੱਪੜਿਆ ਅਤੇ ਉਸ ਨੂੰ ਕਿਹਾ ਕਿ ਤੁਸੀਂ ਮੂਰਖ ਹੋ ਜੋ ਬਿਨਾਂ ਕਿਸੇ ਜ਼ਮਾਨਤ ਦੇ ਉਧਾਰ ਦੇਣ ਉੱਤੇ ਤੁਲੇ ਹੋ। ਪਹਿਲਾਂ ਸਮਨ ਮੁਸਨ ਵੱਲੋਂ ਜ਼ਮਾਨਤ ਮੰਗੋ, ਫਿਰ ਉਧਾਰ ਦੇਣਾ, ਨਹੀਂ ਤਾਂ ਕੀ ਪਤਾ ਤੁਹਾਡਾ ਪੈਸਾ ਡੁੱਬ ਜਾਵੇ। ਉਹ ਤਾਂ ਮਜ਼ਦੂਰ ਹਨ, ਕਦੇ ਦਿਹਾੜੀ ਲੱਗਦੀ ਹੈ ਤਾਂ ਕਦੇ ਨਹੀਂ। ਹਲਵਾਈ ਨੂੰ ਇਸ ਗੱਲ ਵਿੱਚ ਦਮ ਵਿਖਾਈ ਦਿੱਤਾ। ਉਹ ਤੁਰੰਤ ਸਮਨ ਮੁਸਨ ਦੇ ਕੋਲ ਅੱਪੜਿਆ ਕੇ ਅਤੇ ਉਹਨਾਂ ਕੋਲੋਂ ਜ਼ਮਾਨਤ ਮੰਗੀ। ਜ਼ਮਾਨਤ ਨਹੀਂ ਮਿਲਣ ਉੱਤੇ ਤਿਆਰ ਖਾਧਿਆ ਸਮੱਗਰੀ ਦੇਣ ਵੱਲੋਂ ਮਨਾਹੀ ਕਰ ਦਿੱਤਾ। ਇੱਧਰ ਸਮਨ ਮੁਸਨ ਉੱਤੇ ਹਲਵਾਈ ਦੀ ਮਨਾਹੀ ਸੁਣਦੇ ਹੀ ਵਜਰਪਾਤ ਹੋਇਆ। ਉਹ ਸਖਤੇ ਵਿੱਚ ਆ ਗਏ ਕਿ ਹੁਣ ਕੀ ਕੀਤਾ ਜਾਵੇ। ਜੇਕਰ ਸੰਗਤ ਆਉਣ ਉੱਤੇ ਤਿਆਰ ਖਾਧਿਆ ਸਮੱਗਰੀ ਨਹੀਂ ਮਿਲੀ ਤਾਂ ਬਹੁਤ ਬਦਨਾਮੀ ਹੋਵੇਗੀ। ਮੁਸਨ ਨੇ ਇੱਕ ਜੁਗਤੀ ਉੱਤੇ ਪਿਤਾ ਜੀ ਨੂੰ ਵਿਚਾਰ ਕਰਨ ਲਈ ਕਿਹਾ ਕਿ ਪਿਤਾ ਜੀ, ਜੁਗਤੀ ਚੰਗੀ ਨਹੀਂ ਲੱਗੀ, ਪਰ ਮਰਦਾ ਕੀ ਕਰਦਾ। ਜੁਗਤੀ ਵਿੱਚ ਕੁਝ ਸੰਸ਼ੋਧਨ ਕਰ ਜੁਗਤੀ ਵਿੱਚ ਵਿਵਹਾਰਕ ਰੂਪ ਦੇ ਦਿੱਤਾ। ਉਹ ਦੋਨੋਂ ਆਪਣੇ ਗੁਆਂਢੀ ਸ਼ਾਹੂਕਾਰ ਦੀ ਛੱਤ ਉੱਤੇ ਚੜ੍ਹ ਗਏ। ਉੱਤੇ ਦੀ ਛੱਤ ਦਾ ਮੱਗ ਅਕਸਮਾਤ ਖੁੱਲ੍ਹਾ ਹੀ ਪਿਆ ਸੀ। ਇਹਨਾਂ ਦੋਨਾਂ ਪਿਤਾ ਪੁੱਤ ਨੇ ਯੋਜਨਾ ਅਨੁਸਾਰ ਕਾਰਜ ਸ਼ੁਰੂ ਕੀਤਾ
ਪਿਤਾ ਨੇ ਮੁੰਡੇ ਨੂੰ ਰੱਸੀ ਵੱਲੋਂ ਬੰਨ੍ਹ ਕੇ ਹੇਠਾਂ ਲਮਕਾਇਆ। ਮੁੰਡਾ ਹੇਠਾਂ ਉਤਰਿਆ ਅਤੇ ਉਸਨੇ ਘਰ ਦੀ ਤਿਜੋਰੀ ਨੂੰ ਖੋਲ੍ਹਿਆ ਅਤੇ ਉਸ ਵਿੱਚੋਂ ਚਾਂਦੀ ਦੇ ਸਿੱਕਿਆਂ ਦੀ ਥੈਲੀ ਕੱਢ ਕੇ ਪਿਤਾ ਨੂੰ ਥਮਾ ਦਿੱਤੀ। ਪਰ ਪਿਤਾ ਆਪਣੇ ਪੁੱਤ ਨੂੰ ਉਸ ਤੰਗ ਛਿੱਦਰ ਵਿੱਚੋਂ ਵਾਪਸ ਨਹੀਂ ਕੱਢ ਸਕਿਆ। ਭਰਪੂਰ ਕੋਸ਼ਿਸ਼ਾਂ ਦੇ ਬਾਅਦ ਵੀ ਉਹ ਨਹੀਂ ਨਿਕਲ ਪਾਇਆ। ਆਖਰ ਵਿੱਚ ਪੁੱਤ ਨੇ ਪਿਤਾ ਨੂੰ ਪਰਾਮਰਸ਼ ਦਿੱਤਾ ਕਿ ਉਹ ਉਸ ਦਾ ਸਿਰ ਕੱਟ ਕੇ ਘਰ ਲੈ ਜਾਵੇ, ਜਿਸ ਦੇ ਨਾਲ ਉਹਨਾਂ ਉੱਤੇ ਚੋਰੀ ਦਾ ਇਲਜ਼ਾਮ ਨਹੀਂ ਲੱਗ ਪਾਵੇਗਾ, ਨਹੀਂ ਤਾਂ ਗੁਰੂ ਜੀ ਦੇ ਸਾਹਮਣੇ ਮੂੰਹ ਵਿਖਾਉਣ ਲਾਇਕ ਨਹੀਂ ਰਹਿ ਜਾਣਗੇ। ਮਰਦਾ ਕੀ ਨਾ ਕਰਦਾ ਦੇ ਵਾਕ ਅਨੁਸਾਰ ਪਿਤਾ ਨੇ ਤਲਵਾਰ ਲਿਆ ਕੇ ਪੁੱਤ ਦਾ ਸਿਰ ਕੱਟ ਲਿਆ ਅਤੇ ਉਸ ਨੂੰ ਲੈ ਕੇ ਘਰ ਦੀ ਛੱਤ ਉੱਤੇ ਇੱਕ ਚਾਦਰ ਵਿੱਚ ਲੁਕਾ ਦਿੱਤਾ। ਸਿੱਕਿਆਂ ਦੀ ਥੈਲੀ ਸਮਾਂ ਰਹਿੰਦੇ ਹਲਵਾਈ ਨੂੰ ਦੇ ਦਿੱਤੀ ਅਤੇ ਉਸ ਤੋਂ ਸਾਰੀ ਖਾਦਿਆ ਸਮੱਗਰੀ ਦੇਣ ਲਈ ਸਹਿਮਤੀ ਪ੍ਰਾਪਤ ਕਰ ਲਈ। ਪ੍ਰਾਤः ਕਾਲ ਜਦੋਂ ਸਾਹੂਕਾਰ ਉੱਠਿਆ ਤਾਂ ਉਸਨੇ ਆਪਣੇ ਘਰ ਦੇ ਅੰਦਰ ਬਿਨਾਂ ਸਿਰ ਦੀ ਲਾਸ਼ ਨੂੰ ਵੇਖਿਆ ਤਾਂ ਭੈਭੀਤ ਹੋ ਗਿਆ। ਉਸ ਨੂੰ ਪੁਲਿਸ ਦਾ ਡਰ ਸਤਾਉਣ ਲੱਗਾ। ਉਸਨੇ ਦੂਰਦ੍ਰਿਸ਼ਟੀ ਵੱਲੋਂ ਕੰਮ ਲੈਂਦੇ ਹੋਏ ਆਪਣੇ ਗੁਆਂਢੀ ਸੁਮਨ ਨੂੰ 100 ਰੁਪਏ ਦਿੱਤੇ ਅਤੇ ਅਰਥੀ ਨੂੰ ਉੱਥੋਂ ਵੱਲੋਂ ਹਟਾਉਣ ਨੂੰ ਕਿਹਾ। ਸੁਮਨ ਨੇ ਪੁੱਤ ਦੀ ਅਰਥੀ ਚਾਦਰ ਵਿੱਚ ਲਪੇਟ ਕੇ ਆਪਣੀ ਛੱਤ ਉੱਤੇ ਇੱਕ ਚਾਰਪਾਈ ਉੱਤੇ ਪਾ ਦਿੱਤੀ ਅਤੇ ਉਸ ਦਾ ਨਾਲ ਉਸ ਸਿਰ ਕੱਟ ਕੇ ਰੱਖ ਦਿੱਤਾ ਅਤੇ ਉੱਪਰੋਂ ਚਾਦਰ ਪਾ ਦਿੱਤੀ। ਨਿਰਧਾਰਤ ਸਮੇਤੇ ਸਤਸੰਗਤ ਲਈ ਸੰਗਤ ਆਈ, ਜਿਸ ਵਿੱਚ ਗੁਰੂ ਜੀ ਨੇ ਕੀਰਤਨ ਦੇ ਉਪਰੰਤ ਆਪਣੇ ਪ੍ਰਵਚਨਾਂ ਵੱਲੋਂ ਸੰਗਤ ਨੂੰ ਕਿਰਤਾਰਥ ਕੀਤਾ। ਤਦ ਪਸ਼ਚਾਤ ਲੰਗਰ ਦੇ ਵੰਡ ਲਈ ਸੰਗਤ ਦੀਆਂ ਲਾਈਨਾਂ ਲੱਗ ਪਈਆਂ। ਹਲਵਾਈ ਨੇ ਸਮੇਂ ਅਨੁਸਾਰ ਤਿਆਰ ਖਾਦਿਆ ਸਮੱਗਰੀ ਭਿਜਵਾ ਦਿੱਤੀ। ਜਦੋਂ ਭੋਜਨ ਵੰਡ ਹੋਣ ਲੱਗਾ ਤਾਂ ਗੁਰੂ ਸਾਹਿਬ ਜੀ ਨੇ ਸੁਮਨ ਨੂੰ ਕਿਹਾ, ਜਦੋਂ ਤੁਸੀਂ ਸੰਗਤ ਨੂੰ ਨਿਉਤਾ ਦੇਣ ਆਏ ਸੀ ਤਾਂ ਤੁਹਾਡਾ ਪੁੱਤ ਵੀ ਤੁਹਾਡੇ ਨਾਲ ਸੀ। ਉਹ ਹੁਣ ਕਿੱਥੇ ਵਿਖਾਈ ਨਹੀਂ ਦੇ ਰਿਹਾ, ਕੀ ਗੱਲ ਹੈ? ਇਸ ਉੱਤੇ ਸਿਮਨ ਨੇ ਗੁਰੂ ਜੀ ਵੱਲੋਂ ਕਹਿ ਦਿੱਤਾ, ਉਹ ਇਸ ਸਮੇਂ ਡੂੰਘੀ ਨੀਂਦ ਵਿੱਚ ਸੋ ਰਿਹਾ ਹੈ। ਗੁਰੂ ਜੀ ਨੇ ਕਿਹਾ, ਅੱਛਾ, ਉਸ ਨੂੰ ਉਠਾ ਕੇ ਲਿਆਓ। ਸੁਮਨ ਨੇ ਜਵਾਬ ਦਿੱਤਾ, ਗੁਰੂ ਜੀ, ਹੁਣ ਉਹ ਮੇਰੇ ਚੁੱਕਣ ਉੱਤੇ ਉੱਠਣ ਵਾਲਾ ਨਹੀਂ, ਕਿਰਪਾ ਕਰਕੇ ਤੁਸੀਂ ਆਪ ਹੀ ਉਸ ਨੂੰ ਉਠਾ ਸਕਦੇ ਹੋ। ਤਦ ਗੁਰੂ ਜੀ ਨੇ ਉੱਚੀ ਆਵਾਜ਼ ਵਿੱਚ ਆਵਾਜ਼ ਲਗਾਈ, ਮੁਸਨ, ਲੰਗਰ ਦਾ ਸਮਾਂ ਹੋ ਗਿਆ ਹੈ, ਹੁਣ ਤਾਂ ਚਲੇ ਆਓ। ਬਸ ਫਿਰ ਕੀ ਵੇਖਦੇ ਸੀ? ਵੇਖਦੇ ਹੀ ਵੇਖਦੇ ਘਰ ਦੀ ਛੱਤ ਵੱਲੋਂ ਜਵਾਨ ਮੁਸਨ ਭੱਜਿਆ ਹੋਇਆ ਹੇਠਾਂ ਚਲਾ ਆਇਆ ਅਤੇ ਉਹ ਗੁਰੂ ਚਰਨਾਂ ਵਿੱਚ ਦੰਡਵਤ ਪ੍ਰਣਾਮ ਕਰਨ, ਲੰਗਰ ਵੰਡ ਕਰਨ ਲੱਗਾ। ਇਹ ਆਸ਼ਚर्य ਵੇਖ ਕੇ ਪਿਤਾ ਸੁਮਨ ਗਦਗਦ ਹੋ ਗਿਆ ਤੇ ਕਹਿਣ ਲੱਗਾ, ਹੇ ਗੁਰਦੇਵ, ਤੁਸੀਂ ਪੂਰਨ ਹੋ, ਤੁਸੀਂ ਹਮੇਸ਼ਾ ਭਗਤਾਂ ਦੀ ਲਾਜ ਰੱਖਦੇ ਹੋ। ਅਤੇ ਅਗਲੀ ਰਾਤ ਉਸ ਨੂੰ 100 ਰੁਪਏ ਦੀ ਥੈਲੀ ਸ਼ਾਹੂਕਾਰ ਦੀ ਛੱਤ ਤੇ ਮੰਗ ਵੱਲੋਂ ਉਸ ਦੇ ਘਰ ਵਿੱਚ ਸੁੱਟ ਦਿੱਤੀ।